ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ ਪੰਜਾਬ ਅਕੈਡਮੀ ਦੇ ਵਿੱਚੋਂ। ਅੱਜ ਤੁਹਾਡੇ ਲਈ ਲੈ ਕੇ ਆਇਆ ਪੰਜਾਬੀ ਲੈਂਗੁਏਜ ਦੇ ਭਾਸ਼ਾ ਦੇ ਉੱਪਰ ਆਪਾਂ ਡਿਸਕਸ ਕਰਾਂਗੇ। ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜੀ, ਕਿਉਂਕਿ ਪੰਜਾਬ ਦੇ ਵਿੱਚ ਸਪੈਸ਼ਲੀ 10 ਨੰਬਰਾਂ ਦਾ ਜਿਹੜਾ ਹੈਗਾ ਇਸ ਵਾਰ ਪਟਵਾਰੀ ਦੇ ਵਿੱਚ ਪੋਰਸ਼ਨ ਪਾਇਆ ਗਿਆ। ਐਨਟੀਟੀ ਟੀਚਰਾਂ ਦੀਆਂ ਜਿਹੜੀਆਂ ਅਸਾਮੀਆਂ ਆਈਆਂ ਨੇ ਉਹਨਾਂ ਵਾਸਤੇ ਵੀ ਇਹ ਜਿਹੜਾ ਹੈਗਾ ਬਹੁਤ ਜ਼ਰੂਰੀ ਆ। ਜਿੰਨੀਆਂ ਵੀ ਪੰਜਾਬ ਦੇ ਵਿੱਚ ਅਸਾਮੀਆਂ ਆਉਂਦੀਆਂ ਨੇ ਪੰਜਾਬੀ ਲੈਂਗੁਏਜ ਕੰਪਲਸਰੀ ਹੀ ਹੁੰਦੀ ਹੈ, ਤਾਂ 5 ਤੋਂ 10 ਨੰਬਰਾਂ ਦੀ ਆਉਂਦੀ ਹੀ ਆਉਂਦੀ ਹੈ। ਤਾਂ ਉਹਦੇ ਲਈ ਆਪਾਂ ਅੱਜ ਡਿਸਕਸ ਕਰਾਂਗੇ ਜੀ। ਠੀਕ ਹੈ ਜੀ, ਆਪਾਂ ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਇੱਕ ਰਿਕੁਐਸਟ ਆ ਸਾਰਿਆਂ ਨੂੰ ਕਿ ਸਬਸਕ੍ਰਾਈਬਰ ਜਿਹੜਾ ਹੈਗਾ ਜੀ ਜ਼ਰੂਰ ਕਰੋ, ਚੈਨਲ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ। ਠੀਕ ਹੈ, ਇਹਦੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਜਿਹੜਾ ਹੈਗਾ ਪੰਜਾਬੀ ਭਾਸ਼ਾ। ਪੰਜਾਬੀ ਭਾਸ਼ਾ ਕੀ ਹੈ? ਆਪਾਂ ਮੋਸਟਲੀ ਜਿਹੜਾ ਪੁੱਛ ਹੀ ਲਿਆ ਜਾਂਦਾ ਵੀ ਪੰਜਾਬੀ ਭਾਸ਼ਾ ਜਿਹੜੀ ਹੈਗੀ ਆ, ਭਾਸ਼ਾ ਕਿਸ ਨੂੰ ਕਹਿੰਦੇ ਨੇ? ਭਾਸ਼ਾ ਕੀ ਹੁੰਦੀ ਹੈ? ਮਨੁੱਖ ਆਪਣੇ ਮਨ ਦੇ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਸਮਝਣ ਦੇ ਸਾਧਨ ਨੂੰ ਕੀ ਕਹਿੰਦੇ ਨੇ ਜੀ? ਭਾਸ਼ਾ ਕਹਿੰਦੇ ਨੇ। ਦੇਖੋ, ਗੱਲ ਕਹਿਣ ਦਾ ਮਤਲਬ ਕੀ ਹੈ, ਤੁਸੀਂ ਕਿਸੇ ਦੇ ਆਪਣੇ ਵਿਚਾਰ ਆ ਜਾਂ ਤਾਂ ਕਿਸੇ ਨੂੰ ਸੁਣਾਉਣੇ ਹੋ, ਜਾਂ ਦੂਜਿਆਂ ਦੇ ਵਿਚਾਰ ਜਿਹੜੇ ਹੈਗੇ ਆ ਕੁਝ ਸਮਝਣ ਨੂੰ ਕੀ ਕਿਹਾ ਜਾਂਦਾ ਹੈਗਾ? ਭਾਸ਼ਾ ਕਿਹਾ ਜਾਂਦਾ ਜੀ। ਠੀਕ ਹੈ, ਵੈਸੇ ਜਿਹੜੀ ਭਾਸ਼ਾ ਜਿਹੜੀ ਹੈਗੀ ਆ ਦੋ ਤਰ੍ਹਾਂ ਦੀ ਹੁੰਦੀ ਆ। ਠੀਕ ਹੈ, ਪਿੱਛੇ ਜੇ ਇੱਕ ਪੇਪਰ ਆਇਆ ਸੀਗਾ ਜੇਲ੍ਹ ਸੁਪਰਡੈਂਟ ਦਾ, ਉਹਦੇ ਵਿੱਚ ਪੁੱਛਿਆ ਵੀ ਗਿਆ ਸੀਗਾ ਭਾਸ਼ਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਤਾਂ ਭਾਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ ਜੀ। ਇੱਕ ਤਾਂ ਮੌਖਿਕ ਹੁੰਦੀ ਹੈ ਤੇ ਇੱਕ ਹੁੰਦੀ ਹੈ ਲਿਖਤ। ਮੌਖਿਕ ਕਿਹੜੀ ਹੁੰਦੀ ਹੈ? ਜਿਹੜੀ ਆਪਾਂ ਬੋਲ ਕੇ ਉਚਾਰਨ ਕਰਦੇ ਹਾਂ, ਜਿਵੇਂ ਬੋਲੀ, ਬੋਲ, ਜ਼ੁਬਾਨੀ ਉਚਾਰਨ ਆਦਿ ਨੂੰ ਮੌਖਿਕ ਕਿਹਾ ਜਾਂਦਾ। ਜਿਹੜੀਆਂ ਚੀਜ਼ਾਂ ਤੁਸੀਂ ਬੋਲ ਕੇ ਬਿਆਨ ਕਰ ਸਕਦੇ ਹੋ ਜਾਂ ਬੋਲ ਕੇ ਉਚਾਰਨ ਕਰ ਸਕਦੇ ਹੋ, ਉਹਨਾਂ ਨੂੰ ਮੌਖਿਕ ਭਾਸ਼ਾ ਕਿਹਾ ਜਾਂਦਾ ਹੈ। ਦੂਸਰਾ ਜੀ ਲਿਖਤੀ ਭਾਸ਼ਾ। ਲਿਖਤ ਭਾਸ਼ਾ ਕਿਹੜੀ ਹੁੰਦੀ ਹੈ? ਜਿਹੜੀ ਚੀਜ਼ ਤੁਸੀਂ ਕਿਸੇ ਚੀਜ਼ ਨੂੰ ਲਿਖ ਕੇ ਬਿਆਨ ਕਰਦੇ ਹੋ। ਦੇਖੋ, ਸਾਹਿਤ ਹੋ ਗਿਆ, ਠੀਕ ਹੈ ਜੀ, ਕਿਤਾਬਾਂ ਰਾਹੀਂ ਤੁਸੀਂ ਲਿਖ ਕੇ ਬਿਆਨ ਕਰ ਸਕਦੇ ਹੋ। ਟਕਸਾਲੀ, ਕੇਂਦਰੀ, ਮਿਆਰੀ, ਜਿਹੜੀਆਂ ਚੀਜ਼ਾਂ ਤੁਸੀਂ ਕਿਤਾਬਾਂ ਰਾਹੀਂ ਜਾਂ ਕਿਸੇ ਚੀਜ਼ ਨੂੰ ਲਿਖ ਕੇ ਤੁਸੀਂ ਦੂਸਰਿਆਂ ਦੇ ਤੱਕ ਇਹ ਚੀਜ਼ਾਂ ਪਹੁੰਚਾਉਂਦੇ ਹੋ, ਤਾਂ ਉਹਨੂੰ ਕੀ ਕਿਹਾ ਜਾਂਦਾ ਜੀ? ਲਿਖਤ ਭਾਸ਼ਾ ਦਾ ਕਿਹਾ ਜਾਂਦਾ। ਹੁਣ ਪੁੱਛਿਆ ਜਾਂਦਾ ਹੁੰਦਾ ਕਿ ਭਾਸ਼ਾ ਦੇ ਆਧਾਰ ਕਿੰਨੇ ਨੇ ਜੀ? ਭਾਸ਼ਾ ਦੇ ਕਿੰਨੇ ਆਧਾਰ ਨੇ? ਤਾਂ ਬੇਸਿਕਲੀ ਜਿਹੜੀ ਭਾਸ਼ਾ ਦੇ ਆਧਾਰ ਨੇ ਜੀ, ਉਹ ਤਿੰਨ ਨੇ ਜੀ। ਕਿਹੜੇ ਕਿਹੜੇ ਆ? ਸਭ ਤੋਂ ਪਹਿਲਾਂ ਭੌਤਿਕ ਆਧਾਰ। ਭੌਤਿਕ ਆਧਾਰ ਕਿਹੜਾ ਹੁੰਦਾ? ਭਾਸ਼ਾ ਨੂੰ ਬੋਲਣ ਲਈ ਜਿਨ੍ਹਾਂ ਅੰਗਾਂ ਦੀ ਲੋੜ ਪੈਂਦੀ ਹੈ। ਦੇਖੋ, ਭਾਸ਼ਾ ਨੂੰ ਬੋਲਣ ਦੇ ਲਈ, ਦੇਖੋ ਬਹੁਤ ਜ਼ਰੂਰੀ ਹੈ, ਭਾਸ਼ਾ ਨੂੰ ਬੋਲਣ ਦੇ ਲਈ ਜਿਨ੍ਹਾਂ ਅੰਗਾਂ ਦੀ ਲੋੜ ਪੈਂਦੀ ਹੈ, ਜਿਵੇਂ ਕੰਠ, ਗਲਾ, ਜੀਭ, ਤਾਲੂ, ਹੋਂਠ, ਦੰਦ। ਠੀਕ ਹੈ ਜੀ। ਅਤੇ ਦੂਸਰਾ ਪੁਆਇੰਟ ਕੀ ਕਹਿੰਦਾ ਹੈਗਾ? ਭਾਸ਼ਾ ਨੂੰ ਲਿਖਣ ਦੇ ਲਈ, ਠੀਕ ਹੈ, ਇੱਕ ਤਾਂ ਹੋ ਗਿਆ ਬੋਲਣ ਦੇ ਲਈ, ਇੱਕ ਹੋ ਗਿਆ ਲਿਖਣ ਦੇ ਲਈ। ਭਾਸ਼ਾ ਨੂੰ ਲਿਖਣ ਦੇ ਲਈ ਜਿਹੜੀਆਂ ਚੀਜ਼ਾਂ ਹੱਥ, ਉਂਗਲਾਂ ਅਤੇ ਮਾਸਪੇਸ਼ੀਆਂ ਦੀ ਲੋੜ ਪੈਂਦੀ ਹੈ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ? ਭੌਤਿਕ ਆਧਾਰ ਕਿਹਾ ਜਾਂਦਾ ਜੀ। ਭੌਤਿਕ ਆਧਾਰ ਕੀ ਹੁੰਦਾ? ਇੱਕ ਤਾਂ ਤੁਸੀਂ ਬੋਲ ਕੇ ਜਿਹੜੀਆਂ ਚੀਜ਼ਾਂ ਨਾਲ ਤੁਸੀਂ ਬੋਲ ਸਕਦੇ ਹੋ, ਜਿਹੜੇ ਅੰਗਾਂ ਨਾਲ ਤੁਸੀਂ ਬੋਲ ਸਕਦੇ ਹੋ, ਜਿਵੇਂ ਕੰਠ, ਗਲਾ, ਜੀਭ, ਤਾਲੂ, ਹੋਠ, ਦੰਦ। ਅਤੇ ਜਿਨ੍ਹਾਂ ਚੀਜ਼ਾਂ ਨਾਲ ਤੁਸੀਂ ਲਿਖ ਸਕਦੇ ਹੋ, ਉਂਗਲਾਂ, ਹੱਥ, ਮਾਸਪੇਸ਼ੀਆਂ ਦੀ ਲੋੜ ਪੈਂਦੀ ਹੈ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ? ਭੌਤਿਕ ਆਧਾਰ ਕਿਹਾ ਜਾਂਦਾ। ਭੌਤਿਕ ਆਧਾਰ ਪੁਆਇੰਟ ਦੂਸਰਾ ਜੀ। ਉਸ ਤੋਂ ਬਾਅਦ ਮਾਨਸਿਕ ਆਧਾਰ। ਮਾਨਸਿਕ ਆਧਾਰ ਕੀ ਹੁੰਦਾ ਹੈਗਾ? ਭਾਸ਼ਾ ਮਨ ਦੇ ਵਿਚਾਰਾਂ ਨੂੰ ਪੇਸ਼ ਕਰਨਾ। ਠੀਕ ਹੈ, ਭਾਸ਼ਾ ਦੇ ਮਨ ਦੇ ਵਿਚਾਰਾਂ ਨੂੰ ਪੇਸ਼ ਕਰਨ ਦਾ ਸਾਧਨ ਹੈ। ਇਹ ਵਿਚਾਰ ਮਨ ਵਿੱਚ ਹੀ ਪੈਦਾ ਹੁੰਦੇ ਨੇ। ਠੀਕ ਹੈ, ਜੇ ਦੇਖੋ ਐਗਜ਼ਾਮਪਲ ਕੀ ਹੈ, ਕਹਿੰਦਾ ਵੀ ਉਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਮਨ ਜਿਹੜਾ ਕਹੇ ਵੀ ਇਸ ਬੰਦੇ ਨਾਲ ਗੱਲ ਕਰਨੀ ਹੈ, ਇਸ ਬੰਦੇ ਨਾਲ ਗੱਲ ਨਹੀਂ ਕਰਨੀ, ਉਹਨੂੰ ਕੀ ਕਿਹਾ ਜਾਂਦਾ? ਮਾਨਸਿਕ ਆਧਾਰ ਕਿਹਾ ਜਾਂਦਾ। ਜਿਹੜੀਆਂ ਚੀਜ਼ਾਂ ਆਪਣੇ ਮਨ ਦੇ ਵਿੱਚੋਂ ਨਿਕਲਦੀਆਂ ਨੇ, ਜਾਂ ਆਪਣਾ ਮਨ ਕਹਿੰਦਾ ਆਹ ਚੀਜ਼ ਕਰਨੀ ਹੈ ਜਾਂ ਆਹ ਚੀਜ਼ ਨਹੀਂ ਕਰਨੀ, ਤਾਂ ਉਹਨੂੰ ਕੀ ਕਿਹਾ ਜਾਂਦਾ? ਮਾਨਸਿਕ ਆਧਾਰ ਕਿਹਾ ਜਾਂਦਾ ਜੀ। ਥਰਡ ਪੁਆਇੰਟ ਹੈ ਜੀ ਇਹਦਾ ਸਮਾਜਿਕ ਆਧਾਰ। ਸਮਾਜਿਕ ਆਧਾਰ ਦੇ ਵਿੱਚ ਕੀ ਹੁੰਦਾ? ਮਨੁੱਖ ਇੱਕ ਸਮਾਜਿਕ ਪ੍ਰਣਾਲੀ ਹੈ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਹ ਸਮਾਜ ਵਿੱਚ ਰਹਿ ਕੇ ਵੀ ਆਪਣੀਆਂ ਸਾਰੀਆਂ ਲੋੜਾਂ ਭਾਸ਼ਾ ਦੇ ਨਾਲ ਹੀ ਪੂਰੀਆਂ ਕਰਦਾ। ਦੇਖੋ, ਕਹਿਣ ਦਾ ਮਤਲਬ ਕੀ ਹੈ ਕਿ ਜੇਕਰ ਆਪਾਂ ਸਮਾਜ ਦੇ ਵਿੱਚ ਵਿਚਰਦੇ ਹਾਂ, ਕਿਸੇ ਆਪਾਂ ਸ਼ੌਪ 'ਤੇ ਚਲੇ ਗਏ, ਆਪਾਂ ਨੂੰ ਕਿਹਾ, ਉਹਨਾਂ ਨੂੰ ਕਿਹਾ ਵੀ ਸਾਨੂੰ ਆਹ ਚੀਜ਼ਾਂ ਦੀ ਲੋੜ ਹੈ, ਰਾਸ਼ਨ ਪਾਣੀ ਦੀ, ਚਾਹ ਗੁੜ ਦੀ ਲੋੜ ਆ ਭਾਈ, ਚਾਹ ਚਾਹੀਦੀ ਹੈ ਕਿਲੋ ਚੀਨੀ ਚਾਹੀਦੀ ਹੈ। ਠੀਕ ਹੈ ਜੀ, ਇਹ ਚੀਜ਼ਾਂ ਆਪਾਂ ਬੋਲ ਕੇ ਦੱਸਦੇ ਹਾਂ। ਸਮਾਜਿਕ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਆਪਾਂ ਬੋਲ ਕੇ ਉਚਾਰਨ ਕਰ ਸਕਦੇ ਹਾਂ ਵੀ ਸਾਨੂੰ ਇਹ ਚੀਜ਼ਾਂ ਦੀ ਲੋੜ ਹੈ, ਸਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸਮਾਜਿਕ ਆਧਾਰ ਕਿਹਾ ਜਾਂਦਾ ਜੀ। ਤਿੰਨ ਆਧਾਰ ਹੋ ਗਏ ਜੀ। ਪਹਿਲੀ ਗੱਲ ਆਪਾਂ ਕੀਤੀ ਹੈਗੀ ਭੌਤਿਕ ਆਧਾਰ ਦੀ, ਦੂਜੀ ਮਾਨਸਿਕ ਆਧਾਰ। ਭੌਤਿਕ ਆਧਾਰ ਜਿਹੜੀਆਂ ਚੀਜ਼ਾਂ ਨਾਲ ਬੋਲਣ ਦੇ ਨੂੰ ਆਪਾਂ ਨੂੰ ਜ਼ਰੂਰਤ ਪੈਂਦੀ ਹੈ, ਅੰਗ ਜਿਹੜੇ ਆਪਾਂ ਨੂੰ ਬੋਲਣ ਦੇ ਵਿੱਚ ਅੰਗ ਲੱਗਦੇ ਨੇ।
ਠੀਕ ਹੈ। ਕੰਠ, ਗਲਾ, ਜੀਭ, ਤਾਲੂ, ਹੋਠ, ਦੰਦ ਜੀ। ਭਾਸ਼ਾ ਲਿਖਣ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਹੱਥ, ਉਂਗਲਾਂ, ਮਾਸਪੇਸ਼ੀਆਂ ਦੀ ਲੋੜ ਪੈਂਦੀ ਹੈ ਜੀ, ਠੀਕ ਹੈ। ਇਹਨਾਂ ਸਾਰਿਆਂ ਨੂੰ ਕੀ ਕਿਹਾ ਜਾਂਦਾ? ਭੌਤਿਕ ਆਧਾਰ ਕਿਹਾ ਜਾਂਦਾ ਹੈ। ਤਾਂ ਮਾਨਸਿਕ ਆਧਾਰ ਕੀ ਹੁੰਦਾ ਹੈਗਾ? ਜਿਹੜੀਆਂ ਚੀਜ਼ਾਂ ਤੁਹਾਡੇ ਮਨ ਦੇ ਵਿੱਚੋਂ ਨਿਕਲੀਆਂ ਆਉਣ ਜਾਂ ਤੁਹਾਡਾ ਮਨ ਕਰੇ ਇਹ ਚੀਜ਼ਾਂ ਕਰਨੀਆਂ ਜਾਂ ਨਹੀਂ ਕਰਨੀਆਂ, ਉਹਨਾਂ ਨੂੰ ਮਾਨਸਿਕ ਆਧਾਰ ਕਿਹਾ ਜਾਂਦਾ ਹੈ। ਸਮਾਜਿਕ ਆਧਾਰ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ? ਜਿਹੜੀਆਂ ਤੁਸੀਂ ਸਮਾਜ ਦੇ ਵਿੱਚ ਆਮ ਤੌਰ 'ਤੇ ਵਿਚਰਦੇ ਹੋ, ਸਮਾਜ ਦੇ ਵਿੱਚ ਜਾ ਕੇ ਤੁਸੀਂ ਗੱਲਬਾਤ ਕਰਦੇ ਹੋ, ਸਮਾਜ ਦੇ ਵਿੱਚ ਤੁਸੀਂ ਦੱਸਦੇ ਹੋ ਸਾਨੂੰ ਆਹ ਚੀਜ਼ ਦੀ ਜ਼ਰੂਰਤ ਹੈਗੀ ਆ, ਆਹ ਚੀਜ਼ ਦੀ ਜ਼ਰੂਰਤ ਨਹੀਂ ਹੈਗੀ, ਤਾਂ ਉਹਨਾਂ ਨੂੰ ਸਮਾਜਿਕ ਆਧਾਰ ਕਿਹਾ ਜਾਂਦਾ ਹੈਗਾ। ਉਸ ਤੋਂ ਬਾਅਦ ਪੁੱਛਿਆ ਜਾਂਦਾ ਕਿ ਮਾਤਰ ਭਾਸ਼ਾ ਕੀ ਹੈ? ਮਾਤਰ ਭਾਸ਼ਾ ਕੀ ਹੈ? ਬੱਚਾ ਜੋ ਭਾਸ਼ਾ ਆਪਣੇ ਪਰਿਵਾਰ ਦੇ ਮੈਂਬਰਾਂ ਕੋਲੋਂ ਸਿੱਖਦਾ ਜੀ, ਉਹਨੂੰ ਉਹ ਇੱਕ ਕੁਦਰਤੀ ਰੂਪ ਦੇ ਆਸਾਨੀ ਨਾਲ ਸਿੱਖ ਜਾਂਦਾ ਹੈਗਾ। ਦੇਖੋ, ਮਾਤਰ ਭਾਸ਼ਾ ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਆਪਣੇ ਪਰਿਵਾਰ ਦੇ ਵਿੱਚੋਂ ਸਿੱਖੀਆਂ ਜਾਂਦੀਆਂ ਨੇ, ਠੀਕ ਹੈ। ਕੁਦਰਤ ਵੱਲੋਂ ਹੀ ਆਪਾਂ ਨੂੰ ਇਹ ਦੇਣ ਹੁੰਦੀ ਹੈ। ਜਿਹੜੀ ਸਭ ਤੋਂ ਪਹਿਲਾਂ ਬੱਚਾ ਜਿਹੜੀ ਭਾਸ਼ਾ ਸਿੱਖਦਾ ਹੈ, ਉਹ ਆਪਣੀ ਮਾਤਰ ਭਾਸ਼ਾ ਹੀ ਸਿੱਖਦਾ ਹੈਗਾ, ਜਿਹੜੇ ਆਪਣੇ ਪਰਿਵਾਰ ਦੇ ਵਿੱਚ ਆਮ ਤੌਰ 'ਤੇ ਬੋਲੀ ਜਾਂਦੀ ਹੈ, ਠੀਕ ਹੈ ਜੀ। ਤਾਂ ਇਹਨਾਂ ਨੂੰ ਮਾਤਰ ਭਾਸ਼ਾ ਦੇ ਵਿੱਚ ਜਿਹੜੀ ਚੀਜ਼ਾਂ ਹੁੰਦੀਆਂ ਨੇ, ਆਪਾਂ ਜਿਹੜੀਆਂ ਨੋਰਮਲ ਚੀਜ਼ਾਂ, ਮਾਂ, ਪਾਪਾ, ਦਾਦਾ, ਦਾਦੀ, ਇਹ ਚੀਜ਼ਾਂ ਆਪਣੀਆਂ ਮਾਤਰ ਭਾਸ਼ਾ ਦੇ ਮੇਨ ਚੀਜ਼ਾਂ ਨੇ ਵੀ, ਮਤਲਬ ਕਿ ਇਹ ਚੀਜ਼ਾਂ ਬੱਚਾ ਜਲਦੀ ਸਿੱਖ ਜਾਂਦਾ ਹੈਗਾ। ਜਿਹੜੀਆਂ ਚੀਜ਼ਾਂ ਆਪਣੇ ਕੁਦਰਤ ਤੌਰ 'ਤੇ ਆਸਾਨੀ ਨਾਲ ਸਿੱਖ ਜੇ ਬੱਚਾ, ਜਾਂ ਜਿਹੜੀਆਂ ਚੀਜ਼ਾਂ ਆਪਣੇ ਪਰਿਵਾਰ ਦੇ ਵਿੱਚੋਂ ਆਪਾਂ ਨੂੰ ਸਿੱਖਣ ਨੂੰ ਮਿਲਣ, ਉਹਨਾਂ ਨੂੰ ਕੀ ਕਿਹਾ ਜਾਂਦਾ? ਮਾਤਰ ਭਾਸ਼ਾ ਕਿਹਾ ਜਾਂਦਾ। ਹੁਣ ਮਾਤਰ ਭਾਸ਼ਾ ਸਿੱਖਦਾ ਹੋਇਆ ਬੱਚਾ ਭਾਸ਼ਾ ਦੇ ਪਹਿਲੇ ਦੋ ਪਹਿਲੂ ਨੋਰਮਲੀ ਸਿੱਖ ਜਾਂਦਾ, ਸੁਣਨਾ ਅਤੇ ਬੋਲਣਾ। ਦੇਖੋ ਜੀ, ਦੋ ਪਹਿਲੂ ਮਾਤਰ ਭਾਸ਼ਾ ਦੇ ਸਿੱਖਦਾ ਹੋਇਆ ਬੱਚਾ ਆਪਣੇ ਪਰਿਵਾਰ ਦੇ ਵਿੱਚੋਂ ਦੋ ਪਹਿਲੂ ਕੌਸ਼ਲ ਵੈਸੇ ਚਾਰ ਹੁੰਦੇ ਨੇ ਜੀ। ਭਾਸ਼ਾ ਦੇ ਜਿਹੜੇ ਕੌਸ਼ਲ ਹੁੰਦੇ ਨੇ ਉਹ ਚਾਰ ਤਰ੍ਹਾਂ ਦੇ ਹੁੰਦੇ ਨੇ। ਪਹਿਲਾ ਹੁੰਦਾ ਜੀ ਬੋਲਣਾ, ਦੂਜਾ ਸਿੱਖਣਾ, ਤੀਜਾ ਪੜ੍ਹਨਾ ਅਤੇ ਚੌਥਾ ਸੁਣਨਾ, ਠੀਕ ਹੈ ਜੀ। ਇਹ ਚਾਰ ਕੌਸ਼ਲ ਹੁੰਦੇ ਨੇ। ਇਹਨਾਂ ਚਾਰ ਕੌਸ਼ਲਾਂ ਦੇ ਵਿੱਚੋਂ ਦੋ ਕੌਸ਼ਲ ਜਿਹੜੇ ਹੈਗੇ ਆ, ਬੱਚਾ ਨੋਰਮਲੀ ਸਿੱਖ ਜਾਂਦਾ ਜੀ ਆਪਣੇ ਪਰਿਵਾਰ ਦੇ ਵਿੱਚ, ਸੁਣਨਾ ਅਤੇ ਬੋਲਣਾ। ਬਾਕੀ ਜਿਹੜਾ ਹੈਗਾ ਸਿੱਖਣਾ ਅਤੇ ਪੜ੍ਹਨਾ ਕਿੱਥੇ ਸਿੱਖਦਾ ਹੈ? ਸਕੂਲ ਦੇ ਵਿੱਚ ਜਾ ਕੇ ਜਿਹੜਾ ਬੱਚਾ ਹੈਗਾ ਦੋ ਕੌਸ਼ਲ ਆਪਣੇ ਪਰਿਵਾਰ ਦੇ ਵਿੱਚੋਂ ਅਤੇ ਦੋ ਕੌਸ਼ਲ ਆਪਣੇ ਸਕੂਲ ਦੇ ਵਿੱਚੋਂ ਸਿੱਖਦਾ ਜੀ। ਹੁਣ ਭਾਸ਼ਾ ਨੂੰ ਸਿੱਖਣ ਦਾ ਕਾਰਨ ਕੀ ਹੈ ਜੀ? ਭਾਸ਼ਾ ਨੂੰ ਸਿੱਖਣਾ ਦਾ ਕਾਰਨ ਕੀ ਹੈ? ਜਦੋਂ ਬੱਚਾ ਸਕੂਲ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਹ ਦੂਜੀ ਭਾਸ਼ਾ ਅਧਿਆਪਕ ਦੀ ਖਾਸ ਕੋਸ਼ਿਸ਼ਾਂ ਅਤੇ ਮਿਹਨਤਾਂ ਦੇ ਨਾਲ ਸਿੱਖਦਾ ਹੈ। ਇਸ ਪ੍ਰਕਿਰਿਆ ਨੂੰ ਭਾਸ਼ਾ ਸਿੱਖਣਾ ਕਹਿੰਦੇ ਨੇ। ਦੇਖੋ, ਕਹਿਣ ਦਾ ਮਤਲਬ ਕੀ ਹੈ? ਭਾਸ਼ਾ ਕਿਵੇਂ ਸਿੱਖਦੇ ਹਾਂ ਜਾਂ ਕੀ ਸਿੱਖਣ ਦਾ ਕਾਰਨ ਕੀ ਹੈ? ਆਪਾਂ ਸਕੂਲ ਦੇ ਵਿੱਚ ਜਾਂਦੇ ਹਾਂ, ਦੂਸਰਿਆਂ ਦੀ ਲੈਂਗੁਏਜ ਜਦੋਂ ਆਪਾਂ ਸਮਝਦੇ ਹਾਂ, ਸਿੱਖਦੇ ਹਾਂ, ਠੀਕ ਹੈ ਜੀ, ਕਾਫੀ ਅਧਿਆਪਕ ਦੀ ਕਾਫੀ ਕੋਸ਼ਿਸ਼ਾਂ ਦੇ ਅਤੇ ਮਿਹਨਤ ਦੇ ਬਾਵਜੂਦ ਕੀ ਹੈ, ਬੱਚਾ ਦੂਸਰਿਆਂ ਨੂੰ ਸਮਝਣਾ ਅਤੇ ਸੁਣਨਾ ਸਿੱਖ ਜਾਂਦਾ ਹੈ। ਉਸ ਤੋਂ ਬਾਅਦ ਕੀ ਹੈ ਜੀ? ਭਾਸ਼ਾ ਦੀ ਪ੍ਰਕਿਰਤੀ, ਠੀਕ ਹੈ, ਸੁਭਾਅ, ਵਿਸ਼ੇਸ਼ਤਾਵਾਂ ਕੀ ਨੇ, ਕਿੱਥੇ ਜਿਹੜੀ ਹੈਗੀ ਆ ਭਾਸ਼ਾ ਦਾ ਮਤਲਬ ਕਿ ਆਧਾਰ ਜ਼ਿਆਦਾ ਹੋ ਰਿਹਾ ਹੈਗਾ। ਪਹਿਲਾਂ ਤਾਂ ਸਭ ਤੋਂ ਪਹਿਲਾਂ ਕੀ ਆ? ਭਾਸ਼ਾ ਦਾ ਨਿਰੰਤਰ ਵਿਕਾਸ ਹੋ ਰਿਹਾ। ਕਹਿਣ ਦਾ ਮਤਲਬ ਕੀ ਹੈ? ਪਹਿਲਾਂ ਕੀ ਸੀਗੀ? ਮਾਤਰ ਭਾਸ਼ਾ ਸੀ, ਆਪਣੇ ਪਰਿਵਾਰ ਦੇ ਵਿੱਚ ਬੋਲੀ ਜਾਂਦੀ ਸੀ। ਉਸ ਤੋਂ ਬਾਅਦ ਕੀ ਹੋਇਆ? ਪੂਰੇ ਪੰਜਾਬ ਦੇ ਵਿੱਚ ਲਾਗੂ ਹੋ ਗਈ, ਪੰਜਾਬ ਦੇ ਵਿੱਚ ਰਾਜ ਭਾਸ਼ਾ ਬਣ ਗਈ। ਫਿਰ ਰਾਸ਼ਟਰ ਪੂਰੇ ਇੰਡੀਆ ਦੇ ਵਿੱਚ ਬੋਲਣ ਲੱਗ ਗਏ ਆਪਾਂ। ਕਈ ਬੰਦੇ ਆਪਾਂ ਨੂੰ ਪੰਜਾਬੀ ਹੋਰ ਸਟੇਟਾਂ ਦੇ ਵਿੱਚ ਜਾਓਗੇ ਤਾਂ ਉੱਥੇ ਆਪਾਂ ਨੂੰ ਕਈ ਪੰਜਾਬੀ ਮਿਲਣਗੇ, ਪੰਜਾਬੀ ਬੋਲਣ ਵਾਲੇ ਮਿਲਣਗੇ। ਤਾਂ ਉਸ ਤੋਂ ਬਾਅਦ ਹੌਲੀ ਹੌਲੀ ਅੰਤਰਰਾਸ਼ਟਰੀ ਭਾਸ਼ਾ ਬਣ ਗਈ। ਅੰਤਰਰਾਸ਼ਟਰੀ ਦਾ ਕਹਿਣ ਦਾ ਮਤਲਬ ਕੀ ਹੈ? ਆਪਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਂਦੇ ਹਾਂ ਤਾਂ ਉੱਥੇ ਵੀ ਆਪਾਂ ਨੂੰ ਆਪਣੇ ਪੰਜਾਬੀ ਭਰਾ ਮਿਲਦੇ ਨੇ ਜੀ, ਪੰਜਾਬੀ ਬੋਲਦੇ, ਠੀਕ ਹੈ ਨਾ। ਤਾਂ ਇੱਦਾਂ ਕੀ ਹੋਇਆ? ਵਿਕਾਸ ਹੋਇਆ ਜੀ ਭਾਸ਼ਾ ਦਾ, ਠੀਕ ਹੈ। ਪਹਿਲਾਂ ਮਾਤਰ ਭਾਸ਼ਾ ਸੀ, ਫਿਰ ਰਾਜ ਦੀ ਬਣੀ, ਫਿਰ ਰਾਸ਼ਟਰੀ ਬਣੀ, ਫਿਰ ਅੰਤਰਰਾਸ਼ਟਰੀ ਬਣੀ। ਉਸ ਤੋਂ ਬਾਅਦ ਕੀ ਹੈ ਜੀ? ਪੰਜਾਬੀ ਦੀ ਵਰਨਮਾਲਾ ਦੇ ਅੱਖਰ 35 ਹਨ, ਠੀਕ ਹੈ ਜੀ, 35 ਅੱਖਰ ਹਨ। ਪਰ ਹੁਣ ਕਿੰਨੇ ਹੋ ਗਏ ਆ ਜੀ? 41 ਹੋ ਗਏ ਹਨ। ਇਹ ਆਪਾਂ ਪੂਰਾ ਸੈਸ਼ਨ ਆਪਣਾ ਵਿਆਕਰਨ ਦੇ ਵਿੱਚ ਵੀ ਆਪਾਂ ਡਿਸਕਸ ਕਰਾਂਗੇ ਜੀ, ਠੀਕ ਹੈ। ਕਿਹੜੇ ਅੱਖਰਾਂ ਨੂੰ, ਜਿਵੇਂ 6 ਅੱਖਰ ਜਿਹੜੇ ਹੈਗੇ ਨਵੇਂ ਜੁੜ ਗਏ, ਪਹਿਲਾਂ 35 ਸੀ, ਫਿਰ ਉਹਦੇ ਬਾਅਦ 6 ਹੋਰ ਜੁੜ ਗਏ, 41 ਬਣ ਗਏ। ਕਿਹੜੇ ਜੁੜੇ ਆ ਜੀ? ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ। ਇਹ ਕਿੱਥੋਂ ਲੈਤੇ ਗਏ ਸੀ? ਇਹ ਆਪਾਂ ਸਪੈਸ਼ਲੀ ਜਿਹੜਾ ਆਪਣਾ ਇੱਕ ਸੈਸ਼ਨ ਆਊਗਾ ਵਿਆਕਰਨ ਦੇ ਵਿੱਚ, ਉਹਦੇ ਵਿੱਚ ਆਪਾਂ ਪੂਰੇ ਡਿਸਕਸ ਕਰਾਂਗੇ। ਉਸ ਤੋਂ ਬਾਅਦ ਜੀ ਤੀਜਾ ਮੈਂ ਤੁਹਾਨੂੰ ਸ਼ੁਰੂ ਤੋਂ ਕਹਿ ਆ ਗਿਆ, ਮੌਖਿਕ ਸਾਧਨ ਹੈ। ਚੌਥਾ ਪੁਆਇੰਟ ਕੀ ਹੈ? ਭਾਸ਼ਾ ਚਿੰਨ੍ਹਿਤ ਹੁੰਦੀ ਹੈ ਅਤੇ ਭਾਸ਼ਾ ਨੂੰ ਲਿਖਣ ਦੇ ਲਈ ਚਿੰਨ੍ਹਾਂ ਦਾ ਪ੍ਰਯੋਗ ਕਰਨਾ ਪੈਂਦਾ ਜੀ, ਠੀਕ ਹੈ। ਇਹ ਵੀ ਆਪਾਂ ਡਿਸਕਸ ਕਰਾਂਗੇ ਕਿਹੜੇ ਚਿੰਨ੍ਹ ਯੂਜ਼ ਕੀਤੇ ਜਾਂਦੇ ਆ। ਬਹੁਤ ਵਧੀਆ ਕੁਐਸਚਨ ਆ। ਭਾਸ਼ਾ ਚਿੰਨ੍ਹਿਤ ਹੁੰਦੀ ਹੈ, ਚਿੰਨ੍ਹਾਂ ਦੇ ਨਾਲ ਹੀ ਹਰੇਕ ਸ਼ਬਦ ਦਾ ਆਪਾਂ ਉਚਾਰਨ ਕਰਦੇ ਹਾਂ, ਠੀਕ ਹੈ। ਉਸ ਤੋਂ ਅਗਲਾ ਪੁਆਇੰਟ, ਹਰੇਕ ਭਾਸ਼ਾ ਨੂੰ ਸੁਤੰਤਰ ਲਿਪੀ ਹੁੰਦੀ ਹੈ। ਸੁਤੰਤਰ ਮਤਲਬ ਕਿ ਹਰੇਕ ਭਾਸ਼ਾ ਦੀ ਇੱਕ ਸੁਤੰਤਰ ਲਿਪੀ ਹੁੰਦੀ ਹੈ।
ਹਿੰਦੀ ਦੀ ਅਲੱਗ ਹੁੰਦੀ ਹੈ। ਪੰਜਾਬੀ ਨੂੰ ਕਿਹੜੀ ਭਾਸ਼ਾ ਲਿਪੀ ਦੇ ਵਿੱਚ ਲਿਆ ਗਿਆ ਜੀ? ਗੁਰਮੁਖੀ ਲਿਪੀ ਪੰਜਾਬੀ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਜੀ। ਤਾਂ ਜ਼ਰੂਰ ਯਾਦ ਰੱਖਿਓ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਬਣ ਸਕਦਾ ਹੈਗਾ ਕਿ ਪੰਜਾਬੀ ਦੇ ਲਈ ਗੁਰਮੁਖੀ ਲਿਪੀ ਦਾ ਯੂਜ਼ ਕੀਤੀ ਜਾਂਦੀ ਹੈ। ਭਾਸ਼ਾ ਜਨਮ ਜਾਤੀ ਨਹੀਂ ਹੁੰਦੀ, ਸਗੋਂ ਇਹ ਸਿੱਖਣੀ ਪੈਂਦੀ ਹੈ। ਦੇਖੋ ਕਹਿਣ ਦਾ ਮਤਲਬ ਕੀ ਹੈ, ਭਾਸ਼ਾ ਕੋਈ ਜਨਮ ਜਾਤੀ ਨਹੀਂ ਚੀਜ਼ ਨਹੀਂ ਹੈਗੀ। ਆਪਾਂ ਨੂੰ ਸਿੱਖ ਕੇ ਹੀ ਭਾਸ਼ਾ ਬਾਰੇ ਗਿਆਨ ਆਉਂਦਾ। ਹਰੇਕ ਚੀਜ਼ਾਂ ਨੂੰ ਪੜ੍ਹ ਕੇ, ਲਿਖ ਕੇ, ਸੁਣ ਕੇ ਹੀ ਆਪਾਂ ਨੂੰ ਉਸ ਬਾਰੇ ਗਿਆਨ ਪ੍ਰਾਪਤ ਹੁੰਦਾ ਹੈਗਾ। ਬੱਚਾ ਭਾਸ਼ਾ ਅਨੁਕੂਰਨ ਨਕਲ ਰਾਹੀਂ ਹੀ ਸਿੱਖਦਾ। ਦੇਖੋ ਬੱਚਾ ਕੀ ਕਰਦਾ, ਆਪਾਂ ਬੱਚੇ ਨੂੰ ਸਿਖਾਉਂਦੇ ਆ ਜੀ, ਮੰਮਾ ਕਹਿ ਬੇਟਾ, ਪਾਪਾ, ਦਾਦਾ, ਦਾਦੀ, ਹੈ ਨਾ। ਤਾਂ ਉਹ ਜਿਹੜੀਆਂ ਚੀਜ਼ਾਂ ਆਪਣੇ ਤੋਂ ਹੀ ਨਕਲ ਕਰਕੇ ਬੱਚਾ ਕੀ ਕਰਦਾ ਗਾ, ਸਿੱਖਦਾ ਗਾ। ਪੰਜਾਬੀ ਭਾਸ਼ਾ ਉੱਪਰ ਸਮੇਂ-ਸਮੇਂ 'ਤੇ ਵੱਖ-ਵੱਖ ਭਾਸ਼ਾਵਾਂ ਦਾ ਪ੍ਰਭਾਵ ਪੈਂਦਾ ਰਿਹਾ, ਜਿਵੇਂ ਕਿ ਫਾਰਸੀ, ਅਰਬੀ, ਅੰਗਰੇਜ਼ੀ, ਸੁਕੜੀ ਅਤੇ ਅੰਗਰੇਜ਼ੀ। ਇਹ ਸਾਰੀਆਂ ਭਾਸ਼ਾ ਦਾ ਜਿਹੜਾ ਹੈਗਾ ਪੰਜਾਬੀ ਦੇ ਉੱਤੇ ਅਲੱਗ-ਅਲੱਗ ਪ੍ਰਭਾਵ ਪੈਂਦਾ ਰਿਹਾ ਜੀ। ਤਾਂ ਅਗਲਾ ਕੁਐਸਚਨ ਕੀ ਆ, ਭਾਰਤ ਵਿੱਚ 4 ਭਾਸ਼ਾ ਪਰਿਵਾਰ ਹਨ, ਸਿਰਫ ਯਾਦ ਕਿਹੜਾ ਰੱਖਣਾ ਤੁਸੀਂ? ਪਹਿਲਾ ਆਪਣਾ ਜਿਹੜਾ ਹੈਗਾ ਭਾਰਤੀ ਆਰੀਆ ਭਾਸ਼ਾ ਪਰਿਵਾਰ ਜਿਹੜਾ ਹੈਗਾ ਜੀ ਆਪਣਾ। ਵੈਸੇ ਜੇ ਤੁਹਾਨੂੰ ਪੁੱਛਿਆ ਜਾਏ ਭਾਰਤ ਵਿੱਚ ਕਿੰਨੇ ਭਾਸ਼ਾ ਪਰਿਵਾਰ ਹਨ, ਤਾਂ 4 ਯਾਦ ਰੱਖਣੇ ਆ। ਪਹਿਲਾ ਕਿਹੜਾ ਜੀ? ਭਾਰਤੀ ਆਰੀਆ ਭਾਸ਼ਾ ਪਰਿਵਾਰ। ਦੂਸਰਾ ਕਿਹੜਾ? ਦ੍ਰਿੜ ਭਾਸ਼ਾ ਪਰਿਵਾਰ, ਠੀਕ ਹੈ। ਤੀਜਾ ਕਿਹੜਾ? ਹਾਮੀ ਭਾਸ਼ਾ ਪਰਿਵਾਰ। ਚੌਥਾ ਕਿਹੜਾ ਜੀ? ਸ਼ਾਮੀ ਭਾਸ਼ਾ ਪਰਿਵਾਰ। ਅਤੇ ਇਹਨਾਂ ਵਿੱਚੋਂ ਆਪਣਾ ਜਿਹੜਾ ਭਾਸ਼ਾ ਯੂਜ਼ ਕੀਤੀ ਜਾਂਦੀ ਆ ਪੰਜਾਬੀ ਭਾਸ਼ਾ ਦੇ ਵਿੱਚ, ਉਹ ਕਿਹੜਾ ਹੈਗਾ? ਭਾਰਤੀ ਆਰੀਆ ਭਾਸ਼ਾ ਪਰਿਵਾਰ ਹੈ ਜੀ। ਤਾਂ ਇਹਨੂੰ ਮੋਸਟ ਇੰਪੋਰਟੈਂਟ ਕੁਐਸਚਨ ਬਣ ਸਕਦਾ, ਤਾਂ ਇਹਨੂੰ ਜ਼ਰੂਰ ਯਾਦ ਰੱਖਿਓ ਜੀ। ਅੱਗੇ ਕੀ ਹੈ ਜੀ, ਆਪਣਾ ਜਿਹੜਾ ਹੈਗਾ ਪੰਜਾਬੀ ਭਾਸ਼ਾ ਦੀਆਂ ਉਪਬੋਲੀਆਂ ਕਿਹੜੀਆਂ-ਕਿਹੜੀਆਂ ਨੇ ਜੀ, ਜਾਂ ਉਪ ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਨੇ, ਕਿਹੜੀਆਂ-ਕਿਹੜੀਆਂ, ਕਿੱਥੇ-ਕਿੱਥੇ, ਕਿਹੜੀ-ਕਿਹੜੀ ਭਾਸ਼ਾ ਬੋਲੀ ਜਾਂਦੀ ਹੈ। ਬਹੁਤ ਵਾਰ ਕੁਐਸਚਨ ਪੁੱਛਦੇ ਆ ਜੀ ਇਹਨਾਂ ਦੇ ਵਿੱਚੋਂ, ਤਾਂ ਆਪਾਂ ਨੂੰ ਜ਼ਰੂਰ ਯਾਦ ਹੋਣੇ ਚਾਹੀਦੇ। ਮਾਝੀ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ? ਤਾਂ ਮਾਝੀ ਜਿਹੜੀ ਬੋਲੀ ਜਾਂਦੀ ਹੈ ਲਾਹੌਰ, ਸਿਆਲਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਆਦਿ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਉਚਾਰਨ ਕੀਤਾ ਜਾਂਦਾ ਹੈ। ਤਾਂ ਇਹਨਾਂ ਦਾ ਜਿਹੜਾ ਸ਼ਬਦਾਂ ਦਾ ਵਿਚਕਾਰ ਹੁੰਦਾ, ਉਹ ਸੱਸੇ ਨੂੰ ਹਾਹੇ ਨਾਲ ਉਚਾਰਨ ਕਰਦੇ ਨੇ ਜੀ। ਜਿਵੇਂ ਅਸੀਂ, ਆਪਾਂ ਕਹਿੰਦੇ ਨੇ, ਜਿਵੇਂ ਆਪਾਂ ਕਹਿੰਦੇ ਨੇ ਅਸੀਂ, ਉਹ ਕਰਦੇ ਆ ਅਸੀਂ। ਆਪਾਂ ਕਹਿੰਦੇ ਨੇ ਪੈਸਾ, ਉਹ ਕਹਿੰਦੇ ਆ ਪੈਸਾ, ਠੀਕ ਹੈ ਨਾ। ਤਾਂ ਉਹ ਜਿੰਨਾ ਵੀ ਉਚਾਰਨ ਜਿਹੜਾ ਹੋਊਗਾ ਉਹ ਜ਼ਿਆਦਾ ਸੱਸੇ ਨੂੰ ਹਾਹੇ ਨਾਲ ਕਰਨਗੇ ਜੀ। ਤਾਂ ਉਸ ਤੋਂ ਬਾਅਦ ਨੈਕਸਟ ਹੈ ਜੀ ਮਲਵਈ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਭਾਸ਼ਾ ਬੋਲੀ ਜਾਂਦੀ ਹੈ? ਸਭ ਤੋਂ ਪਹਿਲਾਂ ਜੀ ਲੁਧਿਆਣਾ, ਬਰਨਾਲਾ, ਫਿਰੋਜ਼ਪੁਰ, ਮੋਗਾ, ਮਾਨਸਾ, ਮੁਕਤਸਰ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਬਠਿੰਡਾ ਜ਼ਿਲ੍ਹਿਆਂ ਦੇ ਇਲਾਕਿਆਂ। ਇਹਨਾਂ ਤੋਂ ਇਲਾਵਾ ਸੰਗਰੂਰ ਅਤੇ ਪਟਿਆਲਾ ਦੇ ਕੁਝ ਹਿੱਸੇ, ਬਹੁਤ ਜ਼ਰੂਰੀ ਹੈ ਜੀ, ਕੁਝ ਹਿੱਸੇ ਸੰਗਰੂਰ ਅਤੇ ਪਟਿਆਲਿਆਂ ਦੇ ਵਿੱਚ ਬੋਲੀ ਜਾਂਦੀ ਹੈ। ਕਿਵੇਂ ਹੁੰਦਾ ਜੀ ਇਹਨਾਂ ਦਾ? ਜਿਵੇਂ ਇਹ ਕੀ ਕਰਦੇ ਆ, ਵਾਵੇ ਦੀ ਥਾਂ 'ਤੇ ਮੰਮੇ ਦਾ ਉਚਾਰਨ ਜ਼ਿਆਦਾ ਕਰਦੇ। ਦੇਖੋ ਟ੍ਰਿਕਸ ਇੱਥੇ ਬਣ ਜਾਂਦੀ ਹੈ। ਮਲਵਈ ਦੇ ਵਿੱਚ ਕੀ ਹੈ, ਮਲਵਈ ਮੰਮੇ ਤੋਂ ਸਟਾਰਟ ਹੁੰਦੀ ਹੈ, ਅਤੇ ਮਲਵਈ ਵਾਲੇ ਮੰਮੇ ਦਾ ਪ੍ਰਯੋਗ ਜ਼ਿਆਦਾ ਕਰਦੇ ਨੇ। ਮਲਵਈ ਮੰਮੇ ਤੋਂ ਸਟਾਰਟ ਹੁੰਦੀ ਹੈ, ਅਤੇ ਮਲਵਈ ਵਾਲੇ ਜਿਹੜੇ ਹੈਗੇ ਆ ਮੰਮੇ ਦਾ ਪ੍ਰਯੋਗ ਜ਼ਿਆਦਾ ਕਰਨਗੇ। ਇਹ ਜ਼ਰੂਰ ਟ੍ਰਿਕਸ ਯਾਦ ਰੱਖਿਓ, ਮਲਵਈ ਦੇ ਵਿੱਚ ਮੰਮੇ ਦਾ ਪ੍ਰਯੋਗ ਜ਼ਿਆਦਾ ਕੀਤਾ ਜਾਊ। ਦੇਖੋ ਆ ਤੀਵੀਂ ਵਾਲਾ ਜਿਹੜਾ ਹੈਗਾ ਜੀ ਕੁਐਸਚਨ ਆਇਆ ਵੀ ਸੀਗਾ ਪੰਜਾਬੀ ਦੇ ਵਿੱਚ, ਜਿਹੜਾ ਜੇਲ੍ਹ ਸੁਪਰਡੈਂਟ ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਇਹ ਕੁਐਸਚਨ ਰਿਪੀਟ ਹੋਇਆ। ਵੈਸੇ ਗੱਲ ਕੀਤੀ ਜਾਂਦੀ ਹੈ ਤੀਵੀਂ, ਤਾਂ ਜਿਹੜਾ ਮਲਵਈ ਹੈ ਤਾਂ ਮਲਵਈ ਦੇ ਵਿੱਚ ਤੀਵੀਂ ਬੋਲਿਆ ਜਾਊਗਾ। ਜਿਵੇਂ ਕਿਵੇਂ, ਠੀਕ ਹੈ। ਆਵਾਂਗਾ, ਜਾਵਾਂਗਾ, ਇਹ ਸਭ ਤੋਂ ਜ਼ਿਆਦਾ ਮੰਮੇ ਦਾ ਪ੍ਰਯੋਗ ਮਲਵਈ ਦੇ ਵਿੱਚ ਕੀਤਾ ਜਾਂਦਾ। ਉਸ ਤੋਂ ਬਾਅਦ ਅਗਲਾ ਜੀ ਦੁਆਬੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ? ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ? ਜਲੰਧਰ, ਨਵਾਂਸ਼ਹਿਰ, ਠੀਕ ਹੈ ਜੀ, ਹੁਸ਼ਿਆਰਪੁਰ, ਕਪੂਰਥਲਾ ਅਤੇ ਪਠਾਨਕੋਟ ਦੇ ਜ਼ਿਲ੍ਹਿਆਂ ਵਿੱਚ ਦੇ ਇਲਾਕਿਆਂ ਵਿੱਚ ਇਹ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈਗਾ। ਪਹਿਚਾਣ ਕੀ ਹੈ ਜੀ? ਵਾਵੇ ਨੂੰ ਬੱਬੇ ਨਾਲ ਉਚਾਰਦੇ। ਦੇਖੋ ਹੁਣ ਇੱਥੇ ਵੀ ਇੱਕ ਟ੍ਰਿਕਸ ਬਣਦੀ ਹੈ ਕਿ ਦੁਆਬੀ ਦੇ ਲਾਸਟ 'ਤੇ ਕੀ ਬਣਦਾ ਹੈਗਾ? ਬੱਬਾ ਬਣਦਾ, ਅਤੇ ਇਹਨੂੰ ਉਚਾਰਨ ਨੂੰ ਵੀ ਆਪਾਂ ਕਿਹਦੇ ਨਾਲ ਹੈ? ਬੱਬੇ ਨਾਲ ਹੈ। ਵਾਹਿਗੁਰੂ, ਵਾਹਿਗੁਰੂ, ਬਾਜਾਂ, ਠੀਕ ਹੈ, ਦਰਵਾਜ਼ਾ, ਠੀਕ ਹੈ। ਜਿੱਥੇ ਵਾਵੇ ਦਾ ਪ੍ਰਯੋਗ ਹੋਊਗਾ ਉੱਥੇ ਹੀ ਬੱਬੇ ਦਾ ਪ੍ਰਯੋਗ ਜ਼ਿਆਦਾ ਕੀਤਾ ਜਾਊਗਾ। ਉਸ ਤੋਂ ਬਾਅਦ ਹੈ ਜੀ ਡੋਗਰੀ ਕਿਹੜੀ ਹੈ? ਕਿੱਥੇ-ਕਿੱਥੇ ਬੋਲੀ ਜਾਂਦੀ ਹੈ? ਕਾਂਗੜ ਅਤੇ ਜੰਮੂ ਦੇ ਖੇਤਰਾਂ ਵਿੱਚ ਇਸ ਬੋਲੀ ਦੀ ਬੋਲੀ ਜਾਂਦੀ ਹੈ ਜੀ। ਪਹਿਚਾਣ ਕੀ ਹੈ? ਕਿਰਿਆ ਦੇ ਨਾਲ ਆਪਾਂ ਦੇ ਨੇ ਜ਼ਰੂਰ ਲਾਉਣਾ। ਗਏ ਦੇ ਨੇ, ਆਏ ਦੇ ਨੇ,
ਖਾਇਦੇ ਨੇ ਆਦਿ। ਇਹ ਜਿੱਥੇ ਜਿੱਥੇ ਕਿਰਿਆ ਦੇ ਨਾਲ ਦੇ ਨੇ ਦਾ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਉਹਨੂੰ ਕੀ ਕਿਹਾ ਜਾਂਦਾ ਹੈਗਾ? ਡੋਗਰੀ ਭਾਸ਼ਾ। ਪੁਆਧੀ, ਪੁਆਧੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ? ਪੁਆਧੀ ਅੰਬਾਲਾ, ਮਲੇਰਕੋਟਲਾ, ਧੂਰੀ, ਰੋਪੜ, ਮੋਹਾਲੀ ਦੇ ਜ਼ਿਲ੍ਹਿਆਂ ਵਿੱਚ ਪੁਆਧੀ ਦਾ ਭਾਸ਼ਾ ਦਾ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ। ਇਹਨਾਂ ਤੋਂ ਇਲਾਵਾ ਸੰਗਰੂਰ ਅਤੇ ਪਟਿਆਲੇ ਦੇ ਕੁਝ ਹਿੱਸੇ, ਸੰਗਰੂਰ ਅਤੇ ਪਟਿਆਲੇ ਦੇ ਕੁਝ ਹਿੱਸੇ। ਪਹਿਚਾਣ ਕੀ ਹੈ? ਧਾਰੇ, ਤੁਹਾਡੇ, ਸਾਰੇ, ਸਾਡੇ, ਸਾਨੂੰ, ਮਾਨੂੰ, ਸਾਨੂੰ, ਇੱਦਾਂ ਦਾ ਪ੍ਰਯੋਗ ਜ਼ਿਆਦਾ ਕੀਤਾ ਜਾਂਦਾ। ਈਕਣ, ਇਸ ਤਰ੍ਹਾਂ, ਜੀਕਣ, ਜਿਸ ਤਰ੍ਹਾਂ, ਕੀਕਣ, ਕਿਸ ਤਰ੍ਹਾਂ। ਪੋਠੋਹਾਰੇ, ਪੋਠੋਹਾਰੇ ਇਲਾਕਿਆਂ ਦੇ ਵਿੱਚ ਬੋਲੀ ਜਾਂਦੀ ਹੈ, ਜਿਵੇਂ ਜ਼ਿਲ੍ਹਾ ਜੇਹਲਮ ਅਤੇ ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਇਸ ਦਾ ਜ਼ਿਆਦਾ ਉਚਾਰਨ ਕੀਤਾ ਜਾਂਦਾ ਹੈ। ਠੀਕ ਹੈ। ਪਹਿਚਾਣ ਕੀ ਹੈ? ਤਿੰਨ ਨੂੰ ਤ੍ਰੈ ਬੋਲਣਗੇ, ਲੱਦਾਂ ਨੂੰ ਲੱਭਾਂ ਨੂੰ ਲੱਦਾ ਬੋਲਣਗੇ ਜੀ, ਲੱਭਿਆਂ ਨੂੰ ਲੱਦਿਆ ਬੋਲਣਗੇ, ਏਥੇ ਨੂੰ ਹੇਥੇ ਬੋਲਣਗੇ। ਮੁਲਤਾਨੀ ਜਾਂ ਲਹਿੰਦੀ ਪਾਕਿਸਤਾਨ ਦੇ ਮੁਜ਼ੱਫਰਾਬਾਦ, ਮੁਲਤਾਨ, ਡੇਰਾ ਗਾਜੀ ਖਾਂ, ਵੈਬਲਪੁਰ ਦੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ। ਤਾਂ ਪਹਿਚਾਣ ਕੀ ਹੈ? ਸ਼ਬਦਾਂ ਦੇ ਪਿੱਛੇ ਡਾ ਨੂੰ ਡਾੜੇ ਵਿਹਾਰੀ ਦਾ ਉਚਾਰਨ ਜ਼ਿਆਦਾ ਕਰਦੇ ਆ ਜੀ, ਜਿਵੇਂ ਜਵਕੜਾ, ਜਵਾਕੜੀ, ਜਵਾਕੜਾ, ਜਵਾਕੜੀ, ਨੱਡੜਾ, ਨੱਡੜੀ, ਬੁੱਢੜਾ, ਬੁੱਢੜੀ। ਡਾੜੇ ਵੈਰੀ ਦਾ ਪ੍ਰਯੋਗ ਜ਼ਿਆਦਾ ਕਰਦੇ ਆ ਜੀ ਮੁਲਤਾਨੀ ਅਤੇ ਲਹਿੰਦੀ ਦੇ ਵਿੱਚ। ਬਾਕੀ ਕੁਝ ਕੁਐਸਚਨ ਦਿੱਤੇ ਗਏ ਆ ਜੀ ਇਸ ਭਾਸ਼ਾ ਦੇ ਵਿੱਚੋਂ, ਤਾਂ ਉਹ ਤੁਸੀਂ 10-12 ਕੁਐਸਚਨ ਨੇ ਤਾਂ ਉਹਨਾਂ ਨੂੰ ਜ਼ਰੂਰ ਪੜ੍ਹ ਲਿਓ, ਤਾਂ ਜੋ ਇਹਨਾਂ ਦੇ ਵਿੱਚੋਂ ਕਾਫੀ ਸਾਰੇ ਕੁਐਸਚਨ ਜਿਹੜੇ ਹੈਗੇ ਆ ਇਹ ਰਿਪੀਟ ਹੋਏ ਆ। ਬਾਕੀ ਤੁਹਾਨੂੰ ਇੱਕ ਬੇਨਤੀ ਹੈ ਤੇ ਇੱਕ ਰਿਕੁਐਸਟ ਹੈ ਕਿ ਸਾਡਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਅਤੇ ਲਾਈਕ ਕਰੋ। ਕੋਈ ਵੀ ਚੀਜ਼ਾਂ ਨੂੰ ਐਡ ਕਰਨਾ ਤਾਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ, ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਹੋਰ ਵੀ ਸੁਧਾਰ ਕਰ ਸਕੀਏ। ਅਤੇ ਇੱਕ ਰਿਕੁਐਸਟ ਕਰਾਂ ਕਿ ਜਿਹੜੀ ਜਿੰਨਾ ਵੀ ਹੋ ਸਕਦਾ ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਜ਼ਰੂਰ ਕਰਿਓ, ਤਾਂ ਜੋ ਸਾਡਾ ਹੌਸਲਾ ਜ਼ਰੂਰ ਵੱਧ ਜਾਏ, ਅਸੀਂ ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਓਕੇ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।